जोगत बंधन अनक बार, सर्ब कला समरथ। डोलन ते रखो प्रभु, नानक दे कर हथ। डोलन ते रखो प्रभु, नानक दे कर हथ। परम सन्मानयोग गुरु रूप सत्संग जीओ, कुछ समा गुरु के विचार आप जी नूं सरवण करा सकां उस तो पहले 10वें पातशाह की बख्शिश की हुई पावन पवित्र फतेह सनिमर प्रवान करनी। वाहिगुरु जी का खालसा, वाहिगुरु जी की फतेह। गुरु नानक सच्चे पातशाह जी वेई नदी दे विच जिस वक्त प्रवेश करते ने, 3 दिन तक महाराज सच्चे पातशाह का कुछ पता नहीं लगता कित्थे गए ने। अजकल दे पढ़े लिखे लोग अपने अपने अंदाजे लांदे ने, लेकिन जिथे दुनिया की पढ़ाई खत्म हो जाती है उत्थों धर्म की पढ़ाई शुरू होती है। गुरु नानक सच्चे पातशाह जी 3 दिन तक कित्थे रहे ने उसका कुछ पता नहीं है। जन्म साखी लिखती है कि गुरु नानक सच्चे पातशाह निरंकार दे देश गए हैं। बाकी सतगुरां ने इसका कोई जिक्र ही नहीं किया कि 3 दिन तक कित्थे रहे ने। शायद आपनू पता है कि नहीं, सिख इतिहास दे विच 5 ऐसे पढ़दे ने जिन्हां बारे कोई कुछ नहीं जानता। सिर्फ अंदाजे लाए जा सकते हैं। बाकी उन्हां पढ़दियां दे पिछे की कुछ होया कोई कुछ नहीं जानता है। और जिन्हां दे नाल वो घटना वापरी है ना, वो भी जिक्र नहीं करते उसका। पहला पढ़दा है गुरु नानक सच्चे पातशाह जी का वेई नदी दे विच अलोप हो जाना। वो कित्थे रहे ने ते की कीता है कुछ नहीं पता है। 3 दिन बाद सच्चे पातशाह जी प्रगट होंदे ने। दूसरा पढ़दा है पीर दस्तगीर नूं महाराज सच्चे पातशाह उसके पोतरे नूं जदों पातालां पाताल लख आगासां आगास जदों दिखाण गए ने ना, भाई गुरदास जी कहते हैं कि अख दे बंद करके खोलण जितने समय दे विच गुरु नानक सच्चे पातशाह जी कई पतालां दी ते कई आकाशां दी यात्रा करवा के उसनूं वापस लै आउंदे ने। गुरु नानक सच्चे पातशाह अखी मीट गया हवाई, अख नूं बंद करके खोलण जितना समा। हुण इस विच की होया, किस तरह सतगुरां ने कीता है, कोई कुछ नहीं जानता है। तीसरा पढ़दा है करतारपुर साहब दा। जिस वक्त गुरु नानक सच्चे पातशाह अपने अंतिम समय दे विच अपने मुख दे उत्ते चादर लैके लेट जाते हैं ते बाद विच जदों सिखां ने उस चादर नूं चुकिया थल्लों 2 फुल निकले ने, और कुछ नहीं निकलिया। कवि संतोख सिंह जी ने जिक्र किया है। उस चादर दे थल्ले की होया,
ਕੋਈ ਕੁਛ ਨਹੀਂ ਜਾਣਦਾ ਹੈ। ਇਹ ਤੀਸਰਾ ਪੜਦਾ ਹੈ। ਚੌਥਾ, ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖਾਲਸੇ ਦੀ ਸਾਜਨਾ ਕਰਦੇ ਨੇ, ਆਪਾਂ ਸਾਰੇ ਜਾਣਦੇ ਹਾਂ ਕਿ ਪਰੇ ਦੀਵਾਨ ਦੇ ਵਿੱਚ ਸਤਿਗੁਰਾਂ ਨੇ ਇੱਕ ਤੰਬੂ ਵੱਖਰਾ ਲਵਾਇਆ ਹੋਇਆ ਸੀ, ਜਿਹਦੇ ਚਾਰੋਂ ਪਾਸੇ ਕਨਾਤਾਂ ਲੱਗੀਆਂ ਹੋਈਆਂ ਨੇ। ਉਹਦੇ ਅੰਦਰ ਪੰਜਾਂ ਪਿਆਰਿਆਂ ਦੇ ਨਾਲ ਕੀ ਹੋਇਆ, ਕੋਈ ਕੁਛ ਨਹੀਂ ਜਾਣਦਾ। ਔਰ ਪੰਜ ਪਿਆਰੇ ਕਾਫੀ ਸਮੇਂ ਤੱਕ ਸਰੀਰ ਕਰਕੇ ਰਹੇ ਨੇ ਸੰਸਾਰ ਵਿੱਚ। ਭਾਈ ਦਇਆ ਸਿੰਘ ਤਾਂ ਕਾਫੀ ਸਮੇਂ ਤੱਕ ਰਹੇ ਨੇ, ਪਰ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ। ਇਤਿਹਾਸ ਪੜ੍ਹ ਕੇ ਦੇਖ ਲਓ, ਕੁਛ ਨਹੀਂ ਮਿਲਦਾ। ਉਸ ਪਰਦੇ ਦੇ ਅੰਦਰ ਕੀ ਹੋਇਆ, ਕੋਈ ਕੁਛ ਨਹੀਂ ਜਾਣਦਾ। ਬਾਹਰ ਜਦੋਂ ਆਇਆ ਤੇ ਫਿਰ ਖਾਲਸਾ ਹੀ ਆਇਆ ਸਾਹਮਣੇ। ਅੰਦਰ ਕੀ ਹੋਇਆ ਕਿਸੇ ਨੂੰ ਨਹੀਂ ਪਤਾ ਹੈ। ਇਹ ਚੌਥਾ ਪੜਦਾ ਹੈ। ਪੰਜਵਾਂ ਪੜਦਾ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਵਕਤ ਜਮਸ਼ੇਦ ਖਾਨ ਕਟਾਰ ਦੇ ਨਾਲ ਵਾਰ ਕਰਦਾ ਹੈ, ਜ਼ਖਮ ਲੱਗ ਜਾਂਦਾ ਹੈ ਗਹਿਰਾ। ਉਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਸੰਸਾਰ ਤੋਂ ਜਾਣ ਦੀ ਤਿਆਰੀ ਕਰਦੇ ਨੇ, ਸਤਿਗੁਰਾਂ ਨੇ ਹੁਕਮ ਕੀਤਾ ਸੀ ਇੱਕ ਚਿੱਖਾ ਬਣਾਓ, ਚਾਰੋਂ ਪਾਸੇ ਉਸਦੇ ਕਨਾਤਾਂ ਲਵਾਓ, ਫਤਿਹ ਬੁਲਾ ਕੇ ਆਪਣੇ ਖਾਲਸੇ ਨੂੰ। ਮਹਾਰਾਜ ਉਸਦੇ ਅੰਦਰ ਗਏ ਨੇ, ਫਿਰ ਨਹੀਂ ਪਤਾ ਵੀ ਅੰਦਰ ਕੀ ਹੋਇਆ। ਇਤਿਹਾਸ ਪੜ੍ਹ ਕੇ ਦੇਖ ਲਵੋ। ਇਹ ਪੰਜ ਪੜਦੇ ਨੇ ਜਿਨ੍ਹਾਂ ਦਾ ਇਤਿਹਾਸ ਅਗਰ ਖੁੱਲੇ ਰੂਪ ਵਿੱਚ ਸੁਣਾਇਆ ਜਾਏ ਤਾਂ ਕਾਫੀ ਸਮਾਂ ਚਾਹੀਦਾ ਫਿਰ ਉਸ ਵਿੱਚ। ਪਰ ਉਹਨਾਂ ਦੇ ਅੰਦਰ ਕੀ ਹੋਇਆ ਕਿਸੇ ਨੂੰ ਕੁਛ ਨਹੀਂ ਪਤਾ। ਮਸਕੀਨ ਸਾਹਿਬ ਜੀ ਨੂੰ ਕਈ ਲੋਕੀ ਘੇਰ ਲੈਂਦੇ ਸਨ, ਬਈ ਤੁਸੀਂ ਦੱਸੋ ਇਹਨਾਂ ਪਰਦਿਆਂ ਦੇ ਵਿੱਚ ਕੀ ਹੋਇਆ ਹੋਵੇ। ਅੱਜ ਵੀ ਕਈ ਲੋਕੀ ਅੰਦਾਜ਼ੇ ਲਾਉਂਦੇ ਨੇ, ਉਲ ਜਲੂਲ ਗੱਲਾਂ ਨਾਲ ਜੋੜ ਦਿੰਦੇ ਨੇ। ਲੇਕਿਨ ਮਸਕੀਨ ਜੀ ਨੇ ਆਖਿਆ ਜੇ ਸਾਰਿਆਂ ਨੂੰ ਦੱਸਣਾ ਹੀ ਹੁੰਦਾ ਤੇ ਫਿਰ ਗੁਰੂ ਨੂੰ ਕੀ ਲੋੜ ਸੀ ਪਰਦਾ ਪਾਉਣ ਦੀ। ਤੇ ਜਿਹੜੀ ਗੱਲ ਮਹਾਰਾਜ ਨੇ ਪਰਦੇ ਦੇ ਵਿੱਚ ਰੱਖੀ ਹੈ, ਸਿੱਖ ਨੂੰ ਕੋਈ ਹੱਕ ਨਹੀਂ ਹੈ ਕਿ ਉਹਨਾਂ ਪਰਦਿਆਂ ਨੂੰ ਖੋਲੇ। ਸਾਨੂੰ ਕੋਈ ਹੱਕ ਨਹੀਂ ਹੈ। ਜੇ ਸਾਰਿਆਂ ਨੂੰ ਦੱਸਣਾ ਹੀ ਹੁੰਦਾ ਤੇ ਫਿਰ ਸਤਿਗੁਰ ਪਰਦਾ ਹੀ ਕਿਉਂ ਲਾਉਂਦੇ। ਫਿਰ ਮਹਾਰਾਜ ਨੇ ਤੇ ਦੁਨੀਆ ਦੇ ਪਰਦੇ ਖੋਲੇ ਨੇ, ਪਰ ਇਹਨਾਂ ਪਰਦਿਆਂ ਦੇ ਵਿੱਚ ਕੀ ਹੋਇਆ ਮਹਾਰਾਜ ਨੇ ਕੋਈ ਗੱਲ ਨਹੀਂ ਕੀਤੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ 3 ਦਿਨ ਬਾਅਦ ਪ੍ਰਗਟ ਹੁੰਦੇ ਨੇ ਤਾਂ ਉਹਨਾਂ ਦੀ ਰਸਨਾ ਤੋਂ ਇੱਕ ਬੋਲ ਨਿਕਲਦਾ ਹੈ। ਸਿੱਖ ਵਿਦਵਾਨ ਕਹਿੰਦੇ ਨੇ ਇਹ ਬੋਲ ਸਿੱਖ ਜਗਤ ਦਾ ਅਮਰ ਬੋਲ ਹੈ, ਜਿੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਗੁਰਬਾਣੀ ਦੀ। ਸਤਿਗੁਰਾਂ ਦੀ ਰਸਨਾ ਤੋਂ ਬਚਨ ਨਿਕਲੇ ਨੇ, ਇੱਕ ਓੰਕਾਰ। ਪਰਮਾਤਮਾ ਇੱਕ ਹੈ, ਦੂਸਰਾ ਕੋਈ ਨਹੀਂ ਹੈ। ਸਤਿਗੁਰਾਂ ਦੀ ਰਸਨਾ ਤੋਂ ਇਹ ਪਹਿਲੇ ਬੋਲ ਨਿਕਲੇ ਨੇ। ਔਰ ਜਨਮ ਸਾਖੀ ਕਹਿੰਦੀ ਹੈ ਕਿ ਮਹਾਰਾਜ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਬੈਠ ਗਏ ਸਨ। ਕਫਨੀ ਮਹਾਰਾਜ ਨੇ ਆਪਣੇ ਗਲ ਵਿੱਚ ਪਾ ਲਈ ਔਰ ਬਾਰ-ਬਾਰ ਕਹਿੰਦੇ ਸਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਬੋਲ ਉਹਨਾਂ ਦੇ ਨਿਕਲਦੇ ਸਨ ਜ਼ੁਬਾਨ ਤੋਂ। ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ। ਸੁਲਤਾਨਪੁਰ ਦੇ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ, ਹੁਣ ਦਾ ਤੇ ਪਤਾ ਨਹੀਂ ਹੈ, ਪਰ ਉਹ ਆਪਣੇ ਸਮੇਂ ਦੀ ਕੁਝ ਸਮੇਂ ਪਹਿਲੇ ਦੀ ਘਟਨਾ ਲਿਖਦੇ ਨੇ ਕਿ ਸੁਲਤਾਨਪੁਰ ਦੇ ਵਿੱਚ ਜਦੋਂ ਬੱਚੇ ਖੇਡਦੇ ਸਨ ਨਾ, ਆਪਸ ਵਿੱਚ ਖੇਡਾਂ ਖੇਡਦੇ ਸਨ, ਤੋ ਇੱਕ ਬੋਲੀ ਜਾਂਦੀ ਸੀ। ਬੱਚੇ ਬੋਲਦੇ ਸਨ ਆਪਸ ਵਿੱਚ। ਇੱਕ ਬੱਚਾ ਬੋਲਦਾ ਸੀ, ਗੁਰੂ ਨਾਨਕ ਦਾ ਘਰ ਕਿਹੜਾ।
ਤੇ ਬਾਕੀ ਸਾਰੇ ਬੱਚੇ ਬੋਲਦੇ ਸਨ, ਜਿਸ ਦਾ ਸਭ ਤੋਂ ਖੁੱਲਾ ਵਿਹੜਾ। ਗੁਰੂ ਨਾਨਕ ਦਾ ਘਰ ਕਿਹੜਾ? ਜਿਸ ਦਾ ਸਭ ਤੋਂ ਖੁੱਲਾ ਵਿਹੜਾ। ਗੁਰੂ ਨਾਨਕ ਦਾ ਵਿਹੜਾ ਇਤਨਾ ਖੁੱਲਾ ਹੈ ਕਿ ਜਿੱਥੇ ਕੋਈ ਵੀ ਆ ਜਾਵੇ, ਗੁਰੂ ਨਾਨਕ ਦੇ ਘਰ ਦੇ ਵਿੱਚ ਉਸ ਨੂੰ ਥਾਂ ਮਿਲ ਜਾਂਦੀ ਹੈ। ਜਿਹਨੂੰ ਕਿਧਰੇ ਜਗ੍ਹਾ ਨਾ ਮਿਲੇ, ਉਹ ਗੁਰੂ ਨਾਨਕ ਦੇ ਵਿਹੜੇ ਵਿੱਚ ਆ ਜਾਏ, ਉਹ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਜਾਏ, ਉਹਨੂੰ ਇੱਥੇ ਥਾਂ ਮਿਲ ਜਾਂਦੀ ਹੈ ਉਸ ਨੂੰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੇਵਲ ਇਹ ਬੋਲ ਜ਼ੁਬਾਨ ਤੋਂ ਕਹੇ ਨਹੀਂ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਬੋਲ ਕੇਵਲ ਕਹੇ ਨਹੀਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿ ਇੱਕ ਓੰਕਾਰ ਪਰਮਾਤਮਾ ਇੱਕ ਹੈ, ਦੂਸਰਾ ਕੋਈ ਨਹੀਂ ਹੈ। ਆਪੇ ਪੱਟੀ ਕਲਮ ਆਪ, ਉਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ, ਦੂਜਾ ਕਾਹੇ ਕੂ। ਮਹਾਰਾਜ ਕਹਿੰਦੇ ਦੂਸਰਾ ਕੋਈ ਹੈ ਨਹੀਂ ਹੈ, ਇੱਕੋ ਹੀ ਹੈ ਬਸ। ਤੇ ਜਗਤ ਬਣਿਆ ਕੀਤਾ ਪਸਾਓ, ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਇੱਕ ਕਵਾਓ ਹੋਇਆ ਪ੍ਰਮਾਤਮਾ ਤੋਂ, ਇੱਕ ਸੰਸਾਰ ਹੋਇਆ ਹੈ। ਸਾਰਾ ਸੰਸਾਰ ਬਣਤਰ ਦੇ ਵਿੱਚ ਆ ਗਿਆ ਹੈ, ਸਾਰਾ ਜਗਤ ਬਣ ਗਿਆ ਹੈ। ਲੱਖਾਂ ਜੀਵ ਜੰਤੂਆਂ ਦੇ, ਗ੍ਰਹਿ ਨਛੱਤਰਾਂ ਦੇ, ਦਰਿਆਵਾਂ ਦੇ, ਪਹਾੜਾਂ ਦੇ, ਇਹ ਸਾਰੇ ਦਰਿਆ ਚੱਲ ਪਏ ਹਨ। ਸਭ ਕੁਝ ਹੋਂਦ ਵਿੱਚ ਆ ਗਿਆ ਹੈ। ਬਣਾਉਣ ਵਾਲਾ ਜਦੋਂ ਇੱਕ ਹੈ ਤੇ ਫਿਰ ਵਿਤਕਰਾ ਕਿਸ ਗੱਲ ਦਾ ਹੈ? ਫਿਰ ਬੰਦਾ ਵੱਖਰਾ ਵੱਖਰਾ ਕਿਵੇਂ ਹੋ ਸਕਦਾ ਵੇ? ਗੁਰਬਾਣੀ ਕਹਿੰਦੀ ਹੈ, ਏਕਲ ਮਾਟੀ ਕੁੰਚਰ ਕੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਕੁੰਭਾਰ ਜਦੋਂ ਭਾਂਡੇ ਬਣਾਉਂਦਾ ਨਾ, ਰਾਤ ਨੂੰ ਮਿੱਟੀ ਵਿੱਚ ਪਾਣੀ ਪਾ ਦਿੰਦਾ, ਉਹ ਮਿੱਟੀ ਗਲ ਜਾਂਦੀ ਹੈ ਚੰਗੀ ਤਰ੍ਹਾਂ। ਸਵੇਰੇ ਉਸ ਮਿੱਟੀ ਦੇ ਨਾਲ ਫਿਰ ਉਹ ਬਰਤਨ ਬਣਾ ਦਿੰਦਾ, ਔਰ ਵੱਖਰੇ ਵੱਖਰੇ ਵੱਡੇ ਭਾਂਡੇ ਬਣਾ ਦਿੰਦਾ। ਕੋਈ ਛੋਟੇ ਕੂੰਡੇ ਬਣਾ ਦਿੱਤੇ ਨੇ, ਕੋਈ ਵੱਡੇ ਬਣਾ ਦਿੱਤੇ, ਕੁਛ ਗਮਲੇ ਬਣਾ ਦਿੱਤੇ, ਕੁਛ ਗੁਲਦਸਤੇ ਬਣਾ ਦਿੱਤੇ ਨੇ। ਬੱਚਿਆਂ ਦੇ ਖੇਡਣ ਵਾਸਤੇ ਵੱਖਰੇ ਵੱਖਰੇ ਹਾਥੀ, ਘੋੜੇ, ਊਂਠ, ਕਈ ਖਿਡੌਣੇ ਬਣਾ ਦਿੱਤੇ ਨੇ। ਦੀਵੇ ਬਣਾ ਦਿੱਤੇ, ਕੋਈ ਛੋਟੇ ਬਣਾ ਦਿੱਤੇ, ਕੋਈ ਵੱਡੇ ਬਣਾ ਦਿੱਤੇ। ਪੁਰਾਣੇ ਜ਼ਮਾਨੇ ਵਿੱਚ ਤਾਂ ਸਾਰੇ ਭਾਂਡੇ ਮਿੱਟੀ ਦੇ ਹੁੰਦੇ ਸਨ, ਘੜੇ ਬਣਾ ਦਿੱਤੇ ਨੇ। ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਦੁਨਿਆਵੀ ਕੁੰਭਾਰ ਭਾਂਡੇ ਬਣਾਉਂਦਾ ਹੈ, ਪਰ ਮਿੱਟੀ ਸਾਰਿਆਂ ਦੇ ਵਿੱਚ ਇੱਕੋ ਹੀ ਹੁੰਦੀ ਹੈ। ਭਾਂਡੇ ਵੱਖਰੇ ਵੱਖਰੇ ਨੇ, ਮਿੱਟੀ ਸਾਰਿਆਂ ਦੇ ਵਿੱਚ ਇੱਕੋ ਹੀ ਹੈ। ਸਾਈਜ਼ ਵੱਖਰਾ ਹੋ ਸਕਦਾ ਵੇ, ਡਿਜ਼ਾਈਨ ਵੱਖਰਾ ਹੋ ਸਕਦਾ ਵੇ, ਲੇਕਿਨ ਮਿੱਟੀ ਤੇ ਉਸਨੇ ਇੱਕੋ ਹੀ ਲਾਈ ਹੈ ਨਾ। ਉਸੇ ਹੀ ਮਿੱਟੀ ਨਾਲ ਹਾਥੀ ਬਣਾ ਦਿੱਤਾ, ਉਸੇ ਨਾਲ ਘੋੜਾ ਬਣਾ ਦਿੱਤਾ, ਉਸੇ ਨਾਲ ਕੂੰਡਾ ਬਣਾ ਦਿੱਤਾ, ਉਸੇ ਨਾਲ ਗੁਲਦਸਤਾ ਬਣਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਦੁਨਿਆਵੀ ਕੁੰਭਾਰ ਭਾਂਡੇ ਬਣਾਉਂਦਾ ਹੈ ਪਰ ਮਿੱਟੀ ਇੱਕੋ ਹੀ ਲਾਉਂਦਾ ਹੈ, ਤੇ ਰੱਬ ਨੇ ਜਿਹੜੇ ਭਾਂਡੇ ਬਣਾਏ ਨੇ, ਇਹਨਾਂ ਦੇ ਡਿਜ਼ਾਈਨ ਵੱਖਰੇ ਹੋ ਸਕਦੇ ਨੇ, ਰੰਗ ਰੂਪ ਵੱਖਰੇ ਹੋ ਸਕਦੇ ਨੇ, ਪਰ ਮਿੱਟੀ ਤੇ ਰੱਬ ਨੇ ਸਭ ਵਿੱਚ ਇੱਕੋ ਹੀ ਲਾਈ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਕੁਝ ਵਿੱਚ ਆ ਜਾਂਦਾ ਹੈ। ਜਿਵੇਂ ਭਾਂਡਿਆਂ ਦੇ ਨਾਮ ਵੱਖਰੇ ਵੱਖਰੇ ਨੇ, ਆਪਾਂ ਹਰ ਭਾਂਡੇ ਦਾ ਇੱਕ ਵੱਖਰਾ ਨਾਮ ਲੈਂਦੇ ਹਾਂ। ਜਿਹੜੇ ਰੱਬ ਨੇ ਸਾਡੇ ਸਰੀਰ ਰੂਪੀ ਭਾਂਡੇ ਬਣਾਏ ਨੇ, ਇਹਨਾਂ ਦੇ ਵੀ ਨਾਮ ਵੱਖਰੇ ਹੋ ਸਕਦੇ ਨੇ। ਅਗਰ ਕੋਈ ਸਿੱਖ ਕਰਦਾ ਹੈ ਤਾਂ ਉਹਦਾ ਨਾਮ ਕਰਤਾਰ ਸਿੰਘ ਹੋ ਸਕਦਾ ਹੈ, ਸਤਨਾਮ ਸਿੰਘ ਹੋ ਸਕਦਾ ਹੈ। ਕੋਈ ਹਿੰਦੂ ਵੀਰ ਹੈ ਤੇ ਉਹ ਰਾਮ ਹੋ ਸਕਦਾ ਹੈ, ਰਮੇਸ਼ ਹੋ ਸਕਦਾ ਹੈ, ਕ੍ਰਿਸ਼ਨ ਹੋ ਸਕਦਾ ਹੈ। ਕੋਈ ਮੁਸਲਮਾਨ ਹੈ ਤਾਂ ਸਲਾਮ ਹੋ ਸਕਦਾ ਹੈ, ਸਲੀਮ ਹੋ ਸਕਦਾ ਹੈ, ਮੁਹੰਮਦ ਹੋ ਸਕਦਾ ਹੈ। ਇਸੇ ਤਰ੍ਹਾਂ ਜਿਤਨੇ ਧਰਮ ਨੇ, ਨਾਮ ਵੱਖਰੇ ਵੱਖਰੇ ਹੋ ਸਕਦੇ ਨੇ,
ਲੇਕਿਨ ਮਿੱਟੀ ਸਾਰਿਆਂ ਦੇ ਵਿੱਚ ਇੱਕੋ ਹੀ ਹੈ ਤੇ ਬਣਾਉਣ ਵਾਲਾ ਵੀ ਸਾਰਿਆਂ ਦਾ ਇੱਕੋ ਹੀ ਹੈ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਏ। ਬਣਾਉਣ ਵਾਲਾ ਸਭ ਦਾ ਇੱਕੋ ਹੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੇਵਲ ਆਖਿਆ ਹੀ ਨਹੀਂ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਤਾਂ ਸਭ ਸਾਡੇ ਬਣਾਏ ਹੋਏ ਨੇ ਹਿੰਦੂ ਮੁਸਲਮਾਨ। ਕਰਕੇ ਦਿਖਾਇਆ ਮਹਾਰਾਜ ਨੇ। ਭਾਈ ਮਰਦਾਨਾ ਜੀ ਸੰਸਾਰਿਕ ਤੌਰ ਤੇ ਜਾਤ ਕਰਕੇ ਮਰਾਸੀ ਗਿਣੇ ਜਾਂਦੇ ਸਨ। ਲੋਕੀ ਮਰਾਸੀ ਕਹਿੰਦੇ ਸਨ, ਹੁਣ ਵੀ ਕਹਿੰਦੇ ਆ ਆਪਾਂ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਦੀ ਕੋਈ ਵਿਤਕਰਾ ਨਹੀਂ ਕੀਤਾ ਉਹਨਾਂ ਨਾਲ, ਪਿਆਰ ਬੜਾ ਕਰਦੇ ਸਨ। ਮੈਨੂੰ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਇਹ ਘਟਨਾ ਸੁਣਾਈ ਨਾ, ਕਮਾਲ ਕਰ ਦਿੱਤੀ ਉਸਨੇ। ਕਹਿੰਦੇ ਨੇ 5 ਸਾਲ ਦੀ ਉਮਰ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤੇ ਮਰਦਾਨਾ 10 ਸਾਲ ਵੱਡਾ ਸੀ। ਘਰ ਦੇ ਵਿੱਚ ਆਣਾ ਜਾਣਾ ਸੀ ਇਹਨਾਂ ਦਾ। ਇੱਕ ਦਿਨ ਮਰਦਾਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਹੋ ਕੇ ਵਾਪਸ ਜਾਣ ਲੱਗਾ ਨਾ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ ਨੇ ਔਰ ਭਾਈ ਮਰਦਾਨਾ ਜੀ ਦੇ ਘਰ ਪਹੁੰਚ ਗਏ ਨੇ। ਮਰਦਾਨੇ ਦੇ ਜਿਹੜੇ ਪਿਤਾ ਜੀ ਸਨ, ਉਹਨਾਂ ਨੇ ਜਦੋਂ ਦੇਖਿਆ ਕਿ ਇਹ ਬੱਚਾ ਸਾਡੇ ਘਰ ਆ ਗਿਆ, ਇਹ ਬੱਚਾ ਤੇ ਬੇਦੀਆਂ ਦਾ ਬੱਚਾ ਹੈ, ਬੇਦੀ ਕੁਲ ਬੜੀ ਉੱਚੀ ਕੁਲ ਹੈ, ਅਸੀਂ ਮਰਾਸੀ ਗਿਣੇ ਜਾਂਦੇ ਹਾਂ, ਇਸ ਤੋਂ ਪਹਿਲੇ ਕਿ ਕੋਈ ਦੇਖ ਲਵੇ ਇਸ ਬੱਚੇ ਨੂੰ ਘਰ ਛੋੜ ਕੇ ਆਉਣਾ ਚਾਹੀਦਾ ਹੈ। ਉਹ ਜ਼ਮਾਨਾ ਐਸਾ ਸੀ ਕਿ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਨਾ, ਉਹਨਾਂ ਸ਼ੂਦਰਾਂ ਨੂੰ ਬਾਜ਼ਾਰ ਦੇ ਵਿੱਚੋਂ ਜਦੋਂ ਲੰਘਣਾ ਹੁੰਦਾ ਤਾਂ ਆਪਣੇ ਹੱਥ ਦੇ ਵਿੱਚ ਉਹ ਘੜਿਆਲ ਰੱਖਦੇ ਸਨ, ਉਹਨੂੰ ਵਜਾਉਂਦਿਆਂ ਹੋਇਆਂ ਬਾਜ਼ਾਰ ਵਿੱਚੋਂ ਨਿਕਲਦੇ ਸਨ ਤਾਂ ਕਿ ਕਿਸੇ ਉੱਚੀ ਜਾਤ ਵਾਲੇ ਦੇ ਉੱਪਰ ਪਰਛਾਵਾਂ ਨਾ ਪੈ ਜਾਵੇ। ਇਤਨੀ ਨਫ਼ਰਤ ਕੀਤੀ ਜਾਂਦੀ ਸੀ। ਬਲਕਿ ਇੱਥੋਂ ਤੱਕ ਪੜ੍ਹਨ ਦੇ ਵਿੱਚ ਆਇਆ ਹੈ ਕਿ ਜਦੋਂ ਸ਼ੂਦਰ ਕੋਈ ਕੱਚੀ ਜਗ੍ਹਾ ਤੇ ਨਿਕਲਦਾ ਸੀ ਨਾ, ਤੇ ਆਪਣੀ ਕਮਰ ਦੇ ਪਿੱਛੇ ਦਰਖਤਾਂ ਦੇ ਪੱਤੇ ਬੰਨ੍ਹ ਲੈਂਦਾ ਸੀ ਤਾਂ ਕਿ ਉਸਦੇ ਚੱਲਣ ਦੇ ਨਾਲ ਜਿਹੜੇ ਪੈਰਾਂ ਦੇ ਨਿਸ਼ਾਨ ਪੈਂਦੇ ਪਏ ਨਾ, ਉਹਨਾਂ ਪੱਤਿਆਂ ਦੇ ਨਾਲ ਉਹ ਨਿਸ਼ਾਨ ਮਿਟਦੇ ਜਾਣ, ਤਾਂ ਕਿ ਕਿਸੇ ਉੱਚੀ ਜਾਤ ਵਾਲੇ ਦੇ ਪੈਰ ਨੀਵੀਂ ਜਾਤ ਵਾਲੇ ਦੇ ਪੈਰਾਂ ਦੇ ਨਿਸ਼ਾਨ ਦੇ ਉੱਤੇ ਨਾ ਆ ਜਾਣ। ਇਤਨੀ ਨਫ਼ਰਤ ਕੀਤੀ ਜਾਂਦੀ ਸੀ। ਸ਼ਬਦ ਪੜ੍ਹ ਲਓ, ਭਗਤ ਨਾਮਦੇਵ ਜੀ ਦਾ ਮੰਦਿਰ ਦੇ ਵਿੱਚ ਵੜਨ ਨਹੀਂ ਸਨ ਦਿੰਦੇ, ਮੰਦਿਰਾਂ ਦੇ ਅੱਗੋਂ ਨਹੀਂ ਸਨ ਨਿਕਲਣ ਦਿੰਦੇ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਧੱਕੇ ਮਾਰ ਕੇ ਮੰਦਿਰ ਵਿੱਚੋਂ ਕੱਢ ਦਿੱਤਾ। ਭਗਤ ਕਬੀਰ ਸਾਹਿਬ ਜੀ ਨਾਲ, ਸਦਨਾ ਜੀ ਦੇ ਨਾਲ ਨਫ਼ਰਤ ਕੀਤੀ ਜਾਂਦੀ ਸੀ। ਸਤਿਕਾਰ ਨਹੀਂ ਸੀ ਕਿਸੇ ਕੋਲ ਵੀ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਤਿਕਾਰ ਕੀਤਾ, ਜਿਨ੍ਹਾਂ ਨੂੰ ਆਪਣੇ ਹਿਰਦੇ ਦੇ ਵਿੱਚ ਥਾਂ ਦਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਇਹਨਾਂ ਸ਼ੂਦਰਾਂ ਦੇ ਨਾਲ ਇਤਨਾ ਭੈੜਾ ਵਿਵਹਾਰ ਕੀਤਾ ਜਾਂਦਾ ਸੀ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਆਏ ਹੀ ਇਸ ਦੂਰੀ ਨੂੰ ਮਿਟਾਉਣ ਵਾਸਤੇ ਨੇ। ਸਤਿਗੁਰਾਂ ਨੇ ਕਹਿ ਦਿੱਤਾ ਕਿ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖੇ ਪਤ ਪਵੇ ਚੰਗੇ ਸਹੀ। ਜਿਹੜਾ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਏ ਬਸ ਉਹੀ ਠੀਕ ਹੈ। ਬਾਕੀ ਭਾਵੇਂ ਕੋਈ ਉੱਚੀ ਜਾਤ ਦਾ ਹੋਵੇ, ਭਾਵੇਂ ਨੀਵੀਂ ਜਾਤ ਦਾ ਹੋਵੇ, ਕੋਈ ਵੀ ਹੋਵੇ, ਰੱਬ ਦੇ ਘਰ ਕਬੂਲ ਨਹੀਂ ਹੋ ਸਕਦਾ। ਉੱਥੇ ਉਹੀ ਪ੍ਰਵਾਨ ਹੈ ਜਿਹਦੇ ਅਮਲ ਚੰਗੇ ਨੇ, ਜਿਹਦਾ ਦਿਲ ਨੇਕ ਹੈ। ਜਿਹੜੇ ਕਵੀ ਹੋਏ ਨਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਲਿਖਿਆ ਹੈ, ਉਹ ਕਹਿੰਦੇ ਨੇ ਸਭ ਹਿੰਦੂ ਹੈ ਅੱਛੇ, ਨਾ ਮੁਸਲਮਾਨ ਹੈ ਅੱਛੇ, ਦਿਲ नेक है जिनके वही इंसान है अच्छे।
ਜਿਹਦਾ ਦਿਲ ਨੇਕ ਹੈ ਨਾ, ਭਾਵੇਂ ਕੋਈ ਵੀ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਕਿਸੇ ਧਰਮ ਦਾ ਹੋਵੇ, ਅਗਰ ਦਿਲ ਨੇਕ ਹੈ ਤਾਂ ਖੁਦਾ ਦੇ ਦਰ ਤੇ ਪ੍ਰਵਾਨ ਹੈ ਉਹ। ਜੇ ਦਿਲ ਨੇਕ ਨਹੀਂ ਹੈ ਤਾਂ ਭਾਵੇਂ ਕਿਤਨੀ ਉੱਚੀ ਜਾਤ ਦਾ ਕਿਉਂ ਨਾ ਹੋਵੇ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਵਿੱਚ ਨਫ਼ਰਤ ਦੀਆਂ ਦੂਰੀਆਂ ਸਨ ਨਾ, ਇਸ ਨੂੰ ਦੂਰ ਕੀਤਾ ਹੈ ਮਹਾਰਾਜ ਨੇ। ਬੜੇ ਸੁੰਦਰ ਬੋਲ ਨੇ ਸ਼ੇਖ ਸਾਦੀ ਸਾਹਿਬ ਦੇ। ਉਹ ਕਹਿੰਦੇ ਨੇ, ਇਨਸਾਨ ਕੇ ਮੁਖ ਪਰ कैसा तकब्बर तेज है, खाक का पुतला बना खाक से परहेज है। तकब्बर कहते ने हंकार नूं। इंसान के मुख पर कैसा तकब्बर तेज है, खाक का पुतला बना खाक से परहेज है। ਕਹਿੰਦਾ ਇਹ ਬੰਦੇ ਦੇ ਅੰਦਰ ਹੰਕਾਰ ਕਿਤਨਾ ਵੱਧ ਗਿਆ, ਮਿੱਟੀ ਦਾ ਬਣਿਆ ਹੋਇਆ ਬੰਦਾ ਮਿੱਟੀ ਦੇ ਨਾਲ ਨਫ਼ਰਤ ਕਰਦਾ ਪਿਆ ਵੇ। ਮਿੱਟੀ ਦਾ ਬਣਿਆ ਹੋਇਆ ਬੰਦਾ ਬੰਦੇ ਦੇ ਕੋਲ ਬਹਿ ਕੇ ਰਾਜੀ ਨਹੀਂ ਹੈ। ਬੰਦਾ ਬੰਦੇ ਕੋਲ ਬਹਿ ਕੇ ਰਾਜੀ ਨਹੀਂ ਹੈ। ਹੈਰਾਨ ਹੋ ਜਾਂਦੇ ਆ ਦੁਨੀਆ ਨੂੰ ਦੇਖ ਕੇ। ਅੱਜ ਲੋਕੀ ਜਿਤਨਾ ਪਿਆਰ ਪਸ਼ੂਆਂ ਨੂੰ ਕਰਦੇ ਪਏ ਨਾ, ਇਤਨਾ ਪਿਆਰ ਬੰਦੇ ਦਾ ਬੰਦੇ ਦੇ ਨਾਲ ਨਹੀਂ ਹੈ। ਇਤਨਾ ਕੁੱਤਿਆਂ ਦੇ ਨਾਲ ਰੋਟੀਆਂ ਖਾਂਦੇ ਪਏ ਨੇ, ਕੁੱਤਿਆਂ ਨਾਲ ਸੌਂਦੇ ਪਏ ਨੇ, ਕੁੱਤਿਆਂ ਦੇ ਨਾਲ ਘੁੰਮਦੇ ਪਏ ਨੇ, ਕੁੱਤਿਆਂ ਨੂੰ ਚੁੰਮਦੇ ਚੱਟਦੇ ਪਏ ਨੇ। ਮਾਂ ਪਿਓ ਨੂੰ ਭਾਵੇਂ ਕਦੀ ਗੱਲ ਨਾਲ ਨਾ ਲਾਇਆ ਹੋਵੇ, ਕੁੱਤਿਆਂ ਨੂੰ ਗੱਲ ਨਾਲ ਲਾਉਂਦੇ ਪਏ ਨੇ। ਪਸ਼ੂਆਂ ਦੇ ਨਾਲ ਤੇ ਮਨੁੱਖ ਪ੍ਰੇਮ ਕਰਦਾ ਪਿਆ, ਪਰ ਬੰਦਿਆਂ ਦੇ ਨਾਲ ਨਫ਼ਰਤ ਹੈ। ਜੇ ਕੋਈ ਮੰਗਣ ਵਾਲਾ ਦਰਵਾਜ਼ੇ ਤੇ ਆ ਜਾਏ ਨਾ, ਬਜਾਏ ਉਸ ਨੂੰ ਕੁਛ ਦੇਣ ਦੇ, ਚਾਰ ਗਾਲਾਂ ਕੱਢ ਕੇ ਤੇ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਬੰਦੇ ਨਾਲ ਨਫ਼ਰਤ ਕਰਦਾ ਪਿਆ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਨਫ਼ਰਤ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ, ਦੂਰ ਕਰਨ ਦਾ। ਮਰਦਾਨਾ ਜੀ ਦੇ ਪਿਤਾ ਜੀ ਨੇ ਦੇਖ ਲਿਆ ਵੀ ਇਹ ਬੱਚਾ ਬੇਦੀਆਂ ਦੇ ਘਰ ਦਾ ਸਾਡੇ ਘਰ ਆ ਗਿਆ, ਕੋਈ ਅਗਰ ਦੇਖ ਲਏਗਾ ਉਹਨੇ ਸਾਡੇ ਨਾਲ ਲੜਨ ਲੱਗ ਪੈਣਾ ਵੇ। ਤੇ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆ ਇਸ ਬੱਚੇ ਦੀ ਬਾਂਹ ਪਕੜ ਤੇ ਇਹਨੂੰ ਇਸ ਦੇ ਘਰ ਛੋੜ ਕੇ ਆ, ਇਸ ਤੋਂ ਪਹਿਲੇ ਕਿ ਕੋਈ ਦੇਖ ਲਵੇ। ਮਰਦਾਨਾ ਜੀ ਨੇ ਬਾਂਹ ਪਕੜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿਰਫ 5 ਸਾਲ ਦੀ ਉਮਰ ਹੈ ਮਹਾਰਾਜ ਦੀ, ਔਰ ਲਿਆ ਕੇ ਨਨਕਾਣਾ ਸਾਹਿਬ ਦੇ ਵਿੱਚ, ਜਿੱਥੇ ਘਰ ਹੈ ਨਾ ਮਹਾਰਾਜ ਦਾ, ਉੱਥੇ ਲਿਆ ਕੇ ਛੋੜ ਦਿੱਤਾ ਹੈ। ਤਕਰੀਬਨ ਕੋਈ 53 ਸਾਲ ਤੱਕ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਲ ਰਹੇ ਨੇ, ਕਦੀ ਵੀ ਵਿਛੜਨ ਨਹੀਂ ਦਿੱਤਾ ਉਹਨਾਂ ਨੇ। ਜਿਸ ਵੇਲੇ ਅੰਤਿਮ ਸਮਾਂ ਆਇਆ ਭਾਈ ਮਰਦਾਨਾ ਜੀ ਦਾ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਮਰਦਾਨਿਆ ਯਾਦ ਕਰ ਉਹ ਦਿਨ, ਇੱਕ ਦਿਨ ਮੇਰੀ ਬਾਂਹ ਪਕੜ ਕੇ ਤੂੰ ਮੈਨੂੰ ਮੇਰੇ ਘਰ ਛੋੜ ਕੇ ਗਿਆ ਸੈਂ। ਤੇਰਾ ਅੱਜ ਅੰਤਿਮ ਸਮਾਂ, ਲੈ ਮੈਂ ਤੇਰੀ ਬਾਂਹ ਪਕੜ ਕੇ ਨਿਰੰਕਾਰ ਦੇ ਘਰ ਛੋੜ ਦੇਣਾ ਵਾ। ਮੈਂ ਕਿਤਨਾ ਪਿਆਰ ਕਰਦੇ ਸਨ ਸੱਚੇ ਪਾਤਸ਼ਾਹ ਜੀ। ਇਹ ਜਿਹੜੀਆਂ ਦੂਰੀਆਂ ਨੇ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੂਰ ਕੀਤੀਆਂ ਹਨ। ਜੋ ਮਨੁੱਖ ਤੇ ਮਨੁੱਖ ਦੇ ਵਿੱਚ ਦੂਰੀ ਵੱਧ ਗਈ ਸੀ। ਜਿਸ ਵੇਲੇ ਹਰਿਦੁਆਰ ਦੇ ਵੀ ਸੱਚੇ ਪਾਤਸ਼ਾਹ ਜੀ ਜਾਂਦੇ ਨੇ, ਵਿਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੈ। ਜਿਹੜੇ ਪੰਡਤ ਸਨ, ਬ੍ਰਾਹਮਣ ਸਨ, ਉਹ ਚੜ੍ਹਦੇ ਸੂਰਜ ਨੂੰ ਪਾਣੀ ਦਿੰਦੇ ਪਏ ਨੇ। ਸਵੇਰ ਦਾ ਟਾਈਮ ਸੀ ਉਸ ਵਕਤ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਲਹਿੰਦੇ ਵੱਲ ਪਾਣੀ ਦਿੰਦੇ ਪਏ ਨੇ, ਜਿੱਥੇ ਸੂਰਜ ਨਹੀਂ ਹੈ, ਜਿੱਥੇ ਸੂਰਜ ਡੁੱਬਦਾ ਹੈ। ਤੇ ਹਰਿਦੁਆਰ ਦੇ ਜਿਹੜੇ ਬ੍ਰਾਹਮਣ ਸਨ, ਪੰਡਤ, ਉਹ ਹੱਸ ਪਏ ਨੇ। ਕਹਿੰਦੇ ਨੇ, ਇਹ ਕਿਹੋ ਜਿਹਾ ਸੰਤ ਆਇਆ, ਇਹਨੂੰ ਇਤਨਾ ਨਹੀਂ ਪਤਾ ਪਾਣੀ ਚੜ੍ਹਦੇ ਸੂਰਜ ਨੂੰ ਦਈਦਾ ਵੇ। ਜਿੱਥੇ ਸੂਰਜ ਹੈ ਹੀ ਨਹੀਂ, ਇਹ ਉੱਥੇ ਪਾਣੀ ਦਿੰਦਾ ਪਿਆ। ਪਾਣੀ ਤੇ ਸੂਰਜ ਨੂੰ ਦਈਦਾ ਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁਨੀਆ ਦੀ ਮੂਰਖਤਾ ਦੇਖੋ।
ਸਾਰੇ ਇਸ ਧਰਤੀ ਦੇ ਜਿਹੜੇ ਮੌਸਮ ਬਦਲਦੇ ਨੇ ਉਹ ਸੂਰਜ ਕਰਕੇ ਬਦਲਦੇ ਨੇ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇਹ ਜਿਹੜੇ ਮੌਸਮ ਬਦਲਦੇ ਨੇ ਸਭ ਸੂਰਜ ਕਰਕੇ ਬਦਲਦੇ ਨੇ। ਸੂਰਜ ਕਰਕੇ ਬਰਸਾਤ ਹੈ, ਸੂਰਜ ਕਰਕੇ ਗਰਮੀ ਹੈ, ਸੂਰਜ ਕਰਕੇ ਠੰਡ ਹੈ, ਔਰ ਇਹ ਸੂਰਜ ਨੂੰ ਪਾਣੀ ਪੈ ਦਿੰਦੇ ਨੇ। ਹੱਦ ਹੋ ਗਈ ਹੈ। ਜਿਹੜਾ ਸਾਰੇ ਸੰਸਾਰ ਨੂੰ ਇਸ ਨੂੰ ਚਲਾਉਂਦਾ ਪਿਆ ਵੇ ਉਸ ਨੂੰ ਪਾਣੀ ਦਿੰਦਾ ਹੈ। ਸੂਰਜ ਪਿਆਸਾ ਹੋ ਗਿਆ, ਜੇ ਪਾਣੀ ਉੱਥੋਂ ਤੱਕ ਪਹੁੰਚ ਜਾਵੇ ਤੇ ਠੰਡਾ ਨਾ ਹੋ ਜਾਵੇ ਸੂਰਜ ਫਿਰ, ਤੇ ਜੇ ਸੂਰਜ ਠੰਡਾ ਹੋ ਗਿਆ ਤੇ ਦੁਨੀਆ ਖਤਮ ਹੋ ਜਾਏਗੀ। ਫਿਰ ਤਾਂ ਸੂਰਜ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ ਵੀ ਸੰਤ ਜੀ ਇਹ ਪਾਣੀ ਕਿੱਥੇ ਦੇ ਰਹੇ ਹੋ ਤੁਸੀਂ? ਸੂਰਜ ਤਾਂ ਇੱਧਰ ਹੈ ਚੜ੍ਹਦੇ ਪਾਸੇ, ਤੁਸੀਂ ਪਾਣੀ ਕਿੱਥੇ ਦੇ ਰਹੇ ਹੋ? ਮਹਾਰਾਜ ਪੁੱਛਦੇ ਨੇ ਤੁਸੀਂ ਕਿਸ ਨੂੰ ਦੇ ਰਹੇ ਨੇ? ਉਹਨਾਂ ਨੇ ਆਖਿਆ ਅਸੀਂ ਪਾਣੀ ਦੇ ਰਹੇ ਹਾਂ ਸੂਰਜ ਨੂੰ। ਤੁਸੀਂ ਕਿਸ ਨੂੰ ਪਾਣੀ ਦੇ ਰਹੇ ਹੋ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਪਾਣੀ ਦਿੰਦਾ ਪਿਆ ਆਪਣੇ ਖੇਤਾਂ ਨੂੰ। ਕਰਤਾਰਪੁਰ ਦੇ ਵਿੱਚ ਮੇਰੇ ਖੇਤ ਨੇ, ਮੈਂ ਆਪਣੇ ਖੇਤਾਂ ਨੂੰ ਪਾਣੀ ਦਿੰਦਾ ਪਿਆ। ਹੱਸ ਪਏ ਇਹ ਸਾਰੇ। ਕਹਿੰਦੇ ਨੇ ਖੇਤ ਕਿਤਨੀ ਦੂਰ ਨੇ? ਮਹਾਰਾਜ ਕਹਿੰਦੇ ਨੇ ਕੋਈ 500 ਮੀਲ ਤਾਂ ਹੋਣੇ ਨੇ ਇੱਥੋਂ। ਉੱਥੋਂ ਤੱਕ ਪਾਣੀ ਤੁਹਾਡਾ ਪਹੁੰਚ ਜਾਏਗਾ? ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਹਾਡਾ ਪਾਣੀ ਅਗਰ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਮੇਰੇ ਤੇ ਖੇਤ ਇਸੇ ਹੀ ਧਰਤੀ ਦੇ ਨੇ, ਕਿਆ ਮੇਰਾ ਪਾਣੀ ਉੱਥੋਂ ਤੱਕ ਨਹੀਂ ਪਹੁੰਚੇਗਾ? ਇਸ ਘਟਨਾ ਦੇ ਵਿੱਚ ਲੌਜਿਕ ਕੀ ਹੈ? ਸਾਰੀ ਦੁਨੀਆ ਚੜ੍ਹਦੇ ਸੂਰਜ ਨੂੰ ਪਾਣੀ ਦਿੰਦੀ ਹੈ, ਸਾਰੀ ਦੁਨੀਆ। ਇੱਕ ਮਨੁੱਖ ਵੀ ਆਪਣੇ ਤੋਂ ਵੱਡੇ ਨੂੰ ਸਤਿਕਾਰ ਦਿੰਦਾ ਹੈ, ਆਦਰ ਦਿੰਦਾ ਹੈ, ਆਪਣੇ ਤੋਂ ਛੋਟੇ ਨੂੰ ਨਹੀਂ ਦਿੰਦਾ। ਆਪਣੇ ਤੋਂ ਵੱਡੇ ਦੇਖ ਲੈਣਾ ਕਦੀ ਵੀ। ਸਾਰੀ ਦੁਨੀਆ ਚੜ੍ਹਦੇ ਸੂਰਜ ਨੂੰ ਪਾਣੀ ਦਿੰਦੀ ਹੈ, ਚੜ੍ਹਦੇ ਨੂੰ ਸਲਾਮ ਕਰਦੀ ਹੈ। ਆਪਣੇ ਤੋਂ ਵੱਡੇ ਲੋਕਾਂ ਨੂੰ ਸਲਾਮਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਨੀਵਿਆਂ ਨੂੰ ਤੇ ਹਰ ਇੱਕ ਨੇ ਪਿੱਠ ਕੀਤੀ ਹੈ। ਜਦੋਂ ਚੜ੍ਹਦੇ ਨੂੰ ਪਾਣੀ ਦਿਓਗੇ ਲਹਿੰਦੇ ਵੱਲ ਪਿੱਠ ਹੋ ਜਾਣੀ ਹੈ ਸਾਡੀ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਸੰਸਾਰ ਤੇ ਆਏ ਨੇ, ਜਿਨ੍ਹਾਂ ਦੀ ਰਸਨਾ ਤੋਂ ਇਹ ਬੋਲ ਨਿਕਲੇ ਇੱਕ ਓੰਕਾਰ, ਪਰਮਾਤਮਾ ਇੱਕ ਹੈ, ਬਣਾਉਣ ਵਾਲਾ ਇੱਕ ਹੈ, ਪਾਲਣਾ ਕਰਨ ਵਾਲਾ ਇੱਕ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲਹਿੰਦੇ ਵੱਲ ਪਾਣੀ ਦਿੱਤਾ। ਇਹਦਾ ਕਾਰਨ ਪਤਾ ਕੀ ਹੈ? ਲਹਿੰਦੇ ਵੱਲ, ਜਿੱਥੇ ਸੂਰਜ ਡੁੱਬਦਾ ਹੋਵੇ। ਜਿਹੜੇ ਲੋਕ ਦੁਨੀਆ ਦੇ ਵਿੱਚ ਡੁੱਬ ਰਹੇ ਹਨ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਾਣੀ ਦੇ ਕੇ ਫਿਰ ਤੋਂ ਜੀਵਤ ਕਰ ਦਿੱਤਾ। ਲਹਿੰਦੇ ਨੂੰ ਪਾਣੀ, ਜਿਹਨੂੰ ਕੋਈ ਨਹੀਂ ਨਾ ਪੁੱਛਦਾ, ਜਿਸ ਵੱਲ ਸਾਰਿਆਂ ਦੀ ਪਿੱਠ ਹੈ, ਗੁਰੂ ਨਾਨਕ ਨੇ ਆਪਣਾ ਮੁੱਖ ਉਹਨਾਂ ਵੱਲ ਕਰ ਦਿੱਤਾ ਹੈ। ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੁੱਛ ਲਿਆ ਉਹਨਾਂ ਨੇ ਕਿ ਤੁਹਾਡੇ ਨਾਲ ਜਿਹੜਾ ਇਹ ਰਬਾਬ ਵਜਾਉਂਦਾ ਵੇ ਇਹ ਕੌਣ ਹੈ? ਕਿਆ ਇਹ ਤੁਹਾਡਾ ਭਰਾ ਹੈ? ਮਹਾਰਾਜ ਕਹਿੰਦੇ ਨੇ ਨਹੀਂ, ਇਹ ਮੇਰਾ ਰਿਸ਼ਤੇਦਾਰ ਨਹੀਂ ਹੈ। ਕਿਆ ਇਹ ਤੁਹਾਡਾ ਮਿੱਤਰ ਹੈ? ਮਹਾਰਾਜ ਕਹਿੰਦੇ ਨੇ ਨਹੀਂ, ਮੇਰਾ ਮਿੱਤਰ ਵੀ ਨਹੀਂ ਹੈ। ਕਿਆ ਇਹ ਤੁਹਾਡਾ ਪੜੋਸੀ ਹੈ? ਸਤਿਗੁਰੂ ਕਹਿੰਦੇ ਨੇ ਪੜੋਸੀ ਵੀ ਨਹੀਂ ਹੈ। तो क्या ये ਤੁਹਾਡਾ ਚੇਲਾ ਹੈ, शिष्य है? ਮਹਾਰਾਜ ਕਹਿੰਦੇ ਨੇ ਸਾਡਾ शिष्य भी नहीं है। ਫਿਰ ਕੌਣ ਹੈ ਜਿਸ ਨੂੰ ਤੁਸੀਂ ਨਾਲ ਰੱਖਿਆ ਹੋਇਆ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਵੱਲ ਬਾਂਹ ਕਰਕੇ ਮਹਾਰਾਜ ਕਹਿੰਦੇ ਨੇ ਇਹ ਹੈ ਭਾਈ ਮਰਦਾਨਾ, ਇਹ ਮੇਰਾ ਭਾਈ ਹੈ, ਰਿਸ਼ਤੇਦਾਰ ਨਹੀਂ ਹੈ। ਨਾ ਇਹ ਕੋਈ ਰਿਸ਼ਤੇਦਾਰ ਹੈ, ਨਾ ਮੇਰਾ ਚੇਲਾ ਹੈ, ਨਾ ਇਹ ਮੇਰਾ ਕੋਈ शिष्य है, ना मेरा पड़ोसी है, ना मेरा मित्र है, ये है मेरा भाई।
ਭਾਈ ਸ਼ਬਦ ਜਿਹੜਾ ਰਾਗੀ ਪ੍ਰਚਾਰਕਾਂ ਨੂੰ ਮਿਲਿਆ ਨਾ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਦੇਣ ਹੈ। ਸਭ ਤੋਂ ਪਹਿਲੇ ਮਹਾਰਾਜ ਨੇ ਮਰਦਾਨੇ ਨੂੰ ਕਿਹਾ ਸੀ ਕਿ ਇਹ ਮੇਰਾ ਭਾਈ ਹੈ। ਕਿਉਂ? ਲਹਿੰਦੇ ਨੂੰ ਪਾਣੀ ਦੇਣਾ ਹੈ। ਨਾ ਕੋਈ ਹਿੰਦੂ ਨਾ ਮੁਸਲਮਾਨ। ਅੱਜ ਤਾਂ ਮੈਂ ਦੇਖਿਆ ਕਈ ਐਸੇ ਵੀ ਹੈ ਨੇ ਪਖੰਡੀ ਲੋਕ ਜਿਹੜੇ ਸਿੱਖ ਦੇ ਹੱਥ ਦਾ ਪਾਣੀ ਵੀ ਨਹੀਂ ਪੀਂਦੇ ਨੇ। ਇਹਨਾਂ ਦੇ ਘਰ ਨਹੀਂ ਜਾਣਾ, ਇਹਨਾਂ ਕੋਲੋਂ ਰੋਟੀਆਂ ਨਹੀਂ ਖਾਣੀਆਂ। ਇਤਨੀ ਨਫ਼ਰਤ ਅੱਜ ਸਾਡੇ ਵਿੱਚ ਹੋ ਗਈ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਰਦਾਨੇ ਦੇ ਹੱਥ ਦਾ ਭੋਜਨ ਛਕਦੇ ਨੇ। ਜਨਮ ਸਾਖੀ ਪੜ੍ਹੋ ਨਾ, ਜਿੱਥੇ ਭੁੱਖ ਲੱਗਦੀ ਹੈ ਭੋਜਨ ਮਰਦਾਨਾ ਲੈ ਕੇ ਆਉਂਦਾ ਤੇ ਮਹਾਰਾਜ ਜੀ ਵੀ ਛਕਦੇ ਨੇ, ਭਾਈ ਬਾਲਾ ਜੀ ਛਕਦੇ ਨੇ, ਸਤਿਗੁਰ ਛਕਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੱਲਿਆ ਸੋਧਣ ਧਰਤ ਲੁਕਾਈ। ਜਦੋਂ ਧਰਤੀ ਨੂੰ ਸ਼ੁੱਧ ਕਰਨ ਵਾਸਤੇ ਚੱਲੇ ਨੇ ਤਾਂ ਸਭ ਤੋਂ ਪਹਿਲੇ ਜਿੱਥੇ ਮਹਾਰਾਜ ਦੇ ਕਦਮ ਰੁਕੇ ਉਹ ਸੀ ਭਾਈ ਲਾਲੋ ਦਾ ਘਰ ਐਮਨਾਬਾਦ ਦੇ ਵਿੱਚ। ਭਾਈ ਲਾਲੋ ਦੇਖ ਕੇ ਡਰ ਗਿਆ ਵੀ ਇਹ ਮੇਰੇ ਘਰ ਵਿੱਚ ਕਿੱਥੇ ਆਈ ਜਾਂਦੇ ਨੇ। ਮੇਰੇ ਤਾਂ ਲੋਕੀ ਪਰਛਾਵੇਂ ਕੋਲੋਂ ਡਰਦੇ ਨੇ। ਤਰਖਾਣ ਦਾ ਕੰਮ ਕਰਦੇ ਸਨ, ਲੋਕੀ ਦੂਰ ਹੀ ਲੱਕੜਾਂ ਰੱਖ ਕੇ ਚਲੇ ਜਾਂਦੇ ਸਨ ਵੀ ਇਹਦੀ ਇਹ ਚੀਜ਼ ਬਣਾਣੀ ਹੈ, ਅੰਦਰ ਨਹੀਂ ਸੀ ਵੜਦਾ ਕੋਈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਜਾ ਕੇ ਆਵਾਜ਼ ਮਾਰੀ ਤੇ ਭਾਈ ਲਾਲੋ ਕਹਿੰਦਾ ਮਹਾਰਾਜ ਮੇਰੇ ਘਰ ਵਿੱਚ ਨਾ ਆਓ, ਤੁਸੀਂ ਉੱਚੀ ਜਾਤ ਦਿਓ, ਮੈਂ ਨੀਵੀਂ ਜਾਤ ਦਾ। ਲੋਕ ਤਾਂ ਮੇਰੇ ਪਰਛਾਵੇਂ ਕੋਲੋਂ ਵੀ ਡਰਦੇ ਨੇ, ਤੁਸੀਂ ਅੰਦਰ ਆਈ ਜਾਂਦੇ ਹੋ। ਤੇ ਮਹਾਰਾਜ ਕਹਿੰਦੇ ਨੇ ਭਾਈ ਲਾਲੋ ਅਸੀਂ ਆਪ ਚੱਲ ਕੇ ਤੇਰੇ ਕੋਲ ਆਏ ਹਾਂ ਔਰ ਤੇਰੇ ਘਰ ਦੇ ਵਿੱਚ ਰਹਿਣਾ ਹੈ। ਅਸੀਂ ਤਕਰੀਬਨ 1 ਮਹੀਨੇ ਤੱਕ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਵਿੱਚ ਰਹੇ ਨੇ ਔਰ ਮਹਾਰਾਜ ਨੇ 7 ਵਾਰੀ ਬਾਣੀ ਦੇ ਵਿੱਚ ਭਾਈ ਲਾਲੋ ਦਾ ਨਾਮ ਉਚਾਰਨ ਕਰਕੇ ਭਾਈ ਲਾਲੋ ਨੂੰ ਅਮਰ ਕਰ ਦਿੱਤਾ। ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। 7 ਵਾਰੀ ਨਾਮ ਆਇਆ ਇਸ ਸ਼ਬਦ ਦੇ ਵਿੱਚ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਜੋ ਵੱਧਦੀ ਹੋਈ ਦੂਰੀ ਸੀ ਮਨੁੱਖ ਦੇ ਨਾਲੋਂ, ਮਨੁੱਖ ਜਿਹੜਾ ਟੁੱਟ ਚੁੱਕਾ ਸੀ, ਸਤਿਗੁਰਾਂ ਨੇ ਇਸ ਨੂੰ ਜੋੜਨ ਦਾ ਯਤਨ ਕੀਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੱਲ ਮੈਂ ਅਰਜ਼ ਕੀਤੀ ਸੀ ਕਿ ਜਿਸ ਵਕਤ ਸੱਚੇ ਪਾਤਸ਼ਾਹ ਜੀ ਮੱਕਾ ਮਦੀਨਾ ਦੇ ਵਿੱਚ ਉੱਥੋਂ ਦੇ ਮਜ਼ਦੂਰਾਂ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਸਵਾਲ ਕੀਤਾ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੁਹਾਡੇ ਕੋਲ ਜਿਹੜੀ ਕਿਤਾਬ ਹੈ ਇਸ ਨੂੰ ਖੋਲ ਕੇ ਪੜ੍ਹ ਕੇ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਉਹਨਾਂ ਨੂੰ ਯਕੀਨ ਸੀ ਵੀ ਮੁਸਲਿਮ ਭੇਸ ਬਣਾਇਆ ਹੋਇਆ, ਯਕੀਨਨ ਇਹਨਾਂ ਕੋਲ ਕੁਰਾਨ ਸ਼ਰੀਫ ਹੋਵੇਗੀ ਤੇ ਕੁਰਾਨ ਦੇ ਵਿੱਚ ਮੁਸਲਮਾਨ ਦੀ ਤਸਵੀਰ ਹੈ। ਤੁਸੀਂ ਹੈਰਾਨ ਹੋ ਜਾਓਗੇ ਕਿਸੇ ਵੀ ਗ੍ਰੰਥ ਦੇ ਵਿੱਚ ਦੂਜੇ ਕਿਸੇ ਧਰਮ ਦਾ ਜ਼ਿਕਰ ਨਹੀਂ ਹੈ। ਪੜ੍ਹ ਕੇ ਦੇਖ ਲਓ, ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਸਨਾਤਨ ਮਤ ਤੋਂ ਇਲਾਵਾ ਕਿਸੇ ਦੂਜੇ ਧਰਮ ਦਾ ਜ਼ਿਕਰ ਨਹੀਂ ਹੈ। ਕੁਰਾਨ ਦੇ ਵਿੱਚ ਕੇਵਲ ਇਸਲਾਮ ਦਾ ਜ਼ਿਕਰ ਹੈ, ਕਿਸੇ ਦੂਸਰੇ ਧਰਮ ਦਾ ਜ਼ਿਕਰ ਨਹੀਂ ਹੈ। ਬਾਈਬਲ ਪੜ੍ਹ ਕੇ ਦੇਖ ਲਵੋ, ਬਾਈਬਲ ਦੇ ਵਿੱਚ ਕੇਵਲ ਈਸਾਈਅਤ ਦਾ ਜ਼ਿਕਰ ਹੈ, ਕਿਸੇ ਦੂਜੇ ਧਰਮ ਦਾ ਜ਼ਿਕਰ ਨਹੀਂ ਹੈ। ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਦੇ ਵਿੱਚ ਸਾਰਿਆਂ ਦਾ ਹੀ ਜ਼ਿਕਰ ਮਿਲ ਜਾਂਦਾ ਹੈ, ਹਰ ਇੱਕ ਦਾ ਜ਼ਿਕਰ ਮਿਲ ਜਾਂਦਾ ਹੈ। ਉਹਨਾਂ ਨੂੰ ਯਕੀਨ ਸੀ ਸ਼ਾਇਦ ਕੁਰਾਨ ਨੇ ਖੋਲਣਗੇ, ਪੜ੍ਹਨਗੇ ਤੇ ਕਹਿ ਦੇਣਗੇ ਕਿ ਮੁਸਲਮਾਨ ਵੱਡਾ ਹੈ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਰਸਨਾ ਤੋਂ ਇਹ ਬੋਲ ਨਿਕਲੇ ਸਨ, ਇੱਕ ਓੰਕਾਰ ਪਰਮਾਤਮਾ ਇੱਕ ਹੈ, ਦੂਜਾ ਕੋਈ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਨ ਨਾ ਟੋਈ। ਸਤਿਗੁਰ ਕਹਿੰਦੇ ਨੇ ਕਿ ਸ਼ੁਭ ਅਮਲਾਂ ਤੋਂ ਬਿਨਾਂ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਸ਼ੁਭ ਅਮਲਾਂ ਬਾਝੋਂ
ਦੋਨੋਂ ਰੋਈ, ਦੋਨੋਂ ਰੋਣਗੇ, ਭਾਵੇਂ ਕੋਈ ਵੀ ਹੋਵੇ। ਅਗਰ ਸ਼ੁਭ ਅਮਲ ਨਹੀਂ ਹਨ ਤਾਂ ਮਹਾਰਾਜ ਕਹਿੰਦੇ ਨੇ ਨਿਰੰਕਾਰ ਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦੇ ਨੇ। ਕਿਸੇ ਦਾ ਮੁਸਲਮਾਨਾਂ ਦੇ ਘਰ ਦਾ ਜ਼ਿਕਰ ਜਨਮ ਹੋਵੇ, ਉਹ ਇਹ ਨਾ ਸੋਚੇ ਕਿ ਮੇਰਾ ਘਰ ਮੁਸਲਮਾਨਾਂ ਦੇ ਘਰ ਦਾ ਹੈ ਜਨਮ, ਤਾਂ ਕੋਈ ਜੰਨਤ ਦੇ ਵਿੱਚ ਮੇਰੇ ਵਾਸਤੇ ਕੋਈ ਸੀਟ ਪੱਕੀ ਹੋਵੇਗੀ। ਐਸਾ ਨਹੀਂ ਹੈ। ਕਿਸੇ ਦਾ ਜਨਮ ਸਨਾਤਨ ਮਤ ਦਾ ਤੇ ਉਹ ਸੋਚੇ ਵੀ ਸਵਰਗ ਵਿੱਚ ਮੇਰੇ ਵਾਸਤੇ ਕੋਈ ਸੀਟ ਪੱਕੀ ਕੀਤੀ ਹੋਈ ਹੈ। ਸਿੱਖਾਂ ਦੇ ਘਰ ਦਾ ਜਨਮ ਹੈ, ਕੋਈ ਸੋਚੇ ਕਿ ਸੱਚਖੰਡ ਦੇ ਵਿੱਚ ਮੇਰੇ ਵਾਸਤੇ ਜਗ੍ਹਾ ਪੱਕੀ ਕੀਤੀ ਹੋਈ ਹੈ, ਤਾਂ ਮਹਾਰਾਜ ਕਹਿੰਦੇ ਨੇ ਇਸ ਭੁਲੇਖੇ ਵਿੱਚ ਨਾ ਰਹਿਣਾ ਕਦੀ ਵੀ। ਕਿਉਂ? ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸ਼ੁਭ ਅਮਲਾਂ ਤੋਂ ਬਿਨਾਂ ਭਾਵੇਂ ਕੋਈ ਵੀ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਜੈਨੀ ਹੈ, ਬੋਧੀ ਹੈ, ਪਾਰਸੀ ਹੈ, ਕੋਈ ਵੀ ਹੈ, ਸ਼ੁਭ ਅਮਲ ਤੋਂ ਬਿਨਾਂ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਉੱਥੇ ਜਾਤ ਪਾਤ ਦਾ ਕੋਈ ਮਸਲਾ ਹੀ ਨਹੀਂ ਹੈ। ਸਤਿਗੁਰਾਂ ਨੇ ਇਹ ਸਭ ਕੁਝ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਮਨੁੱਖ ਨੂੰ ਮਨੁੱਖ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਛੋਟੀ ਜਿਹੀ ਘਟਨਾ ਕਹਿ ਕੇ ਮੈਂ ਸਮਾਪਤੀ ਕਰ ਦੇਣਾ ਵਾ। ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਸਨ, ਮਾਸਟਰ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਸਨ। ਕਿਤਾਬ ਦੇ ਵਿੱਚ ਭਾਰਤ ਦਾ ਨਕਸ਼ਾ ਬਣਿਆ ਹੋਇਆ ਸੀ। ਬੱਚੇ ਸ਼ਰਾਰਤੀ ਹੁੰਦੇ ਨੇ, ਕਿਸੇ ਬੱਚੇ ਨੇ ਕਿਤਾਬ ਦੇ ਵਿੱਚੋਂ ਭਾਰਤ ਦਾ ਨਕਸ਼ਾ ਕੱਢ ਕੇ ਤੇ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ। ਤੇ ਮਾਸਟਰ ਬੜਾ ਗੁੱਸੇ ਹੋਇਆ ਇਹਨਾਂ ਬੱਚਿਆਂ ਨੂੰ ਵੀ ਇਹ ਠੀਕ ਨਹੀਂ ਕੀਤਾ। ਭਾਰਤ ਦਾ ਨਕਸ਼ਾ ਟੋਟੇ ਟੋਟੇ ਕਰ ਦਿੱਤਾ, ਤੁਸੀਂ ਇਹਨੂੰ ਜੋੜ ਕੇ ਲਿਆਓ। ਕਹਿੰਦੇ ਨੇ ਤਮਾਮ ਬੱਚਿਆਂ ਨੇ ਕੋਸ਼ਿਸ਼ ਕੀਤੀ ਪਰ ਕਿਸੇ ਕੋਲੋਂ ਜੁੜਿਆ ਨਹੀਂ, ਟੁਕੜੇ ਹੀ ਬਹੁਤ ਕਰ ਦਿੱਤੇ ਸਨ। ਕਲਾਸ ਵਿੱਚ ਬੈਠਾ ਸੀ ਇੱਕ ਬੱਚਾ, ਸਭ ਤੋਂ ਪਿੱਛੇ, ਪੜ੍ਹਨ ਵਿੱਚ ਭਾਵੇਂ ਕਮਜ਼ੋਰ ਸੀ ਪਰ ਇਬਾਦਤ ਕਰਦਾ ਸੀ ਰੱਬ ਦੀ। ਮਾਸਟਰ ਨੇ ਆਖਿਆ ਵੀ ਇਹਨਾਂ ਬੱਚਿਆਂ ਨੇ ਕੋਸ਼ਿਸ਼ ਕੀਤੀ ਹੈ, ਥੋੜੀ ਜਿਹੀ ਕੋਸ਼ਿਸ਼ ਤੂੰ ਕਰਕੇ ਦੇਖ, ਕਿਆ ਤੂੰ ਇਸ ਨੂੰ ਜੋੜ ਸਕਣਾ ਮੈਂ? ਕਹਿੰਦੇ ਨੇ ਉਸ ਬੱਚੇ ਨੇ ਟੁਕੜੇ ਲਏ, ਥੋੜੀ ਦੇਰ ਬਾਅਦ ਭਾਰਤ ਦਾ ਨਕਸ਼ਾ ਪੂਰਾ ਜੋੜ ਕੇ ਤੇ ਮਾਸਟਰ ਦੇ ਅੱਗੇ ਰੱਖ ਦਿੱਤਾ। ਤੇ ਮਾਸਟਰ ਕਹਿੰਦਾ ਵੀ ਇਤਨੇ ਵਿਦਵਾਨ ਬੱਚੇ ਬੈਠੇ ਨੇ, ਇਹਨਾਂ ਕੋਲੋਂ ਇਹ ਨਹੀਂ ਜੁੜਿਆ, ਤੂੰ ਕਿਵੇਂ ਜੋੜ ਦਿੱਤਾ ਵੇ? ਉਸ ਬੱਚੇ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ। ਕਹਿੰਦਾ ਵੀ ਭਾਰਤ ਦੇ ਨਕਸ਼ੇ ਨੂੰ ਤੇ ਮੈਂ ਵੀ ਨਹੀਂ ਜੋੜ ਸਕਦਾ, ਮੇਰੇ ਵੱਸ ਦਾ ਨਹੀਂ ਹੈ, ਲੇਕਿਨ ਇਸੇ ਕਾਗਜ਼ ਦੇ ਪਿੱਛੇ ਇੱਕ ਇਨਸਾਨ ਦੀ ਤਸਵੀਰ ਸੀ, ਮੈਂ ਉਸ ਇਨਸਾਨ ਨੂੰ ਜੋੜਿਆ ਤਾਂ ਇਹ ਭਾਰਤ ਦਾ ਨਕਸ਼ਾ ਆਪਣੇ ਆਪ ਜੁੜ ਗਿਆ ਵੇ। ਮੈਂ ਨਹੀਂ ਜੋੜ ਸਕਦਾ ਇਸ ਨੂੰ, ਪਰ ਮੈਂ ਕੇਵਲ ਇਨਸਾਨ ਨੂੰ ਜੋੜਿਆ ਵੇ, ਭਾਰਤ ਦਾ ਨਕਸ਼ਾ ਆਪਣੇ ਆਪ ਜੁੜ ਗਿਆ ਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਕੋਸ਼ਿਸ਼ ਕੀਤੀ ਕਿ ਮਨੁੱਖ ਦੇ ਨਾਲ ਮਨੁੱਖ ਜੁੜ ਜਾਵੇ, ਇਹ ਦੂਰੀਆਂ ਘੱਟ ਹੋ ਜਾਣ। ਜੋੜਨ ਦੀ ਕੋਸ਼ਿਸ਼ ਕੀਤੀ ਮਹਾਰਾਜ ਨੇ, ਤੋੜਨ ਦੀ ਨਹੀਂ ਹੈ। ਮਨੁੱਖ ਦੇ ਨਾਲੋਂ ਮਨੁੱਖ ਟੁੱਟ ਜਾਣ ਤੋਂ ਇੱਕ ਦੇਸ਼ ਦੇ ਦੋ ਟੁਕੜੇ ਹੋ ਜਾਂਦੇ ਨੇ, ਇੱਕ ਹਿੱਸਾ ਪਾਕਿਸਤਾਨ ਬਣ ਜਾਂਦਾ ਹੈ, ਇੱਕ ਹਿੱਸਾ ਹਿੰਦੁਸਤਾਨ ਬਣ ਜਾਂਦਾ ਹੈ। ਮਨੁੱਖ ਨਾਲੋਂ ਮਨੁੱਖ ਟੁੱਟ ਜਾਣ, ਇੱਕ ਸ਼ਹਿਰ ਦੇ ਦੋ ਟੁਕੜੇ ਹੋ ਜਾਂਦੇ ਨੇ, ਇੱਕ ਪਿੰਡ ਦੇ ਦੋ ਟੁਕੜੇ ਹੋ ਜਾਂਦੇ ਨੇ, ਇੱਕ ਮੁਹੱਲੇ ਦੇ ਦੋ ਟੁਕੜੇ ਹੋ ਜਾਂਦੇ ਨੇ। ਮਨੁੱਖ ਨਾਲੋਂ ਮਨੁੱਖ ਟੁੱਟ ਜਾਵੇ, ਘਰ ਦੇ ਵਿੱਚ ਜਿਤਨੇ ਮੈਂਬਰ ਨੇ ਉਤਨੀਆਂ ਕੰਧਾਂ ਪੈ ਜਾਂਦੀਆਂ ਨੇ ਵਿੱਚ। ਸਤਿਗੁਰਾਂ ਨੇ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਮਨੁੱਖ ਨਾਲੋਂ ਮਨੁੱਖ ਜੁੜ ਜਾਵੇ, ਟੁੱਟ ਨਾ ਜਾਵੇ। ਪਰ ਅੱਜ ਅਸੀਂ ਦੇਖਦੇ ਹਾਂ ਵੀ ਜਿਸ ਨੇ ਸਾਨੂੰ ਜੋੜਨ ਦਾ ਉਪਦੇਸ਼ ਦਿੱਤਾ ਸੀ ਨਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸੀ, ਅੱਜ ਸਾਡੇ ਵਿੱਚ ਹੀ ਪਤਾ ਨਹੀਂ ਕਿਤਨੇ ਵਿਤਕਰੇ ਪੈ ਗਏ ਹਨ, ਸਾਡੇ 'ਚ ਹੀ ਬੜੀ ਨਫ਼ਰਤ ਪੈਦਾ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਸੀਂ ਜੁੜ ਸਕੀਏ, ਐਸੀ ਗੁਰੂ ਕਿਰਪਾ ਰਹਿਮਤ ਬਖਸ਼ਿਸ਼ ਸਾਰਿਆਂ ਤੇ ਕਰਨ। ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜੋ ਆਪ ਜੀ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਕਥਾ ਵਿਚਾਰ ਸਰਵਨ ਕਰਾਉਂਦੇ ਨੇ,
ਇਹ ਇਹਨਾਂ ਦੀ ਨਿਰਮਾਣਤਾ ਹੈ ਕਿ ਆਪਣੀ ਜਗ੍ਹਾ ਕਿਸੇ ਦੂਸਰੇ ਨੂੰ ਦੇ ਦੇਣੀ, ਨਹੀਂ ਤਾਂ ਲੋਕੀ ਤਾਂ ਜਗ੍ਹਾ ਖੋਹਣ ਵਾਸਤੇ ਤਿਆਰ ਬੈਠੇ ਹੋਏ ਨੇ। ਉਹਨਾਂ ਨੇ ਆਪਣੀ ਕਥਾ ਰੋਕ ਕੇ ਦਾਸ ਨੂੰ ਤੁਹਾਡੇ ਚਰਨ ਪਰਸਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਔਰ ਪ੍ਰਬੰਧਕ ਸੱਜਣ ਵੀ ਬੜੇ ਪਿਆਰ ਵਾਲੇ, ਜਿਹੜੇ ਪੂਰਾ ਸਹਿਯੋਗ ਕਰਦੇ ਨੇ। ਸਤਿਗੁਰ ਤੁਹਾਡਾ ਇਹ ਪਿਆਰ ਬਣਾਈ ਰੱਖੇ। ਭੁੱਲਾਂ ਚੁੱਕਾਂ ਦੀ क्षमा। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।